ਜਿਵੇਂ ਤੁਹਾਡਾ ਹੱਥ ਕੋਈ ਇੱਕ ਪਾਸਾ ਸੁੰਨ ਪੈ ਗਿਆ ਤੇ ਸੁੰਨ ਪੈਣ ਤੋਂ ਬਾਅਦ ਤੁਸੀਂ ਮਾਲਿਸ਼ ਕੀਤੀ ਜਾਂ ਹੋਰ ਕੁਝ ਕੀਤਾ, ਤੁਸੀਂ ਸੋਚਿਆ ਹਾਂ ਵੀ ਹੁਣ ਠੀਕ ਹੋ ਗਿਆ, ਤਾਂ ਇਹੋ ਜਿਹੇ ਲੱਛਣਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਇਹ ਵੀ ਸਟ੍ਰੋਕ ਦੇ ਹੀ ਲੱਛਣ ਨੇ। ਅਫੀਮ ਰੱਖਣ ਲੱਗ ਜਾਂਦੇ ਨੇ ਲੋਕ ਵੀ ਅਫੀਮ ਖਾ ਲਓ ਤੇ ਉਹ ਖੂਨ ਜਿਹੜਾ ਹੈ ਉਹ ਪਤਲਾ ਹੋ ਜਾਵੇਗਾ। ਵੀ ਕਈਆਂ ਦਾ ਇਹ ਮੰਨਣਾ ਹੁੰਦਾ ਨਾ ਵੀ ਗਾੜਾ ਖੂਨ ਹੋਣ ਕਰਕੇ ਭਾਈ ਤੈਨੂੰ ਅਧਰੰਗ ਹੋ ਗਿਆ, ਤੇਰੇ ਗਾੜਾ ਖੂਨ ਸੀ, ਪਰ ਅਫੀਮ ਖਾ ਲਓ ਪਤਲਾ ਹੋ ਜੂ ਤਾਂ ਸਹੀ। ਬਿਲਕੁਲ ਜੀ, ਲੋਕੀ ਇਹੀ ਕਹਿੰਦੇ ਨੇ ਵੀ ਦੇਖੋ ਵੀ ਮੈਡੀਕਲ ਸਾਇੰਸ ਤਾਂ ਨਹੀਂ ਮੰਨਦੀ, ਪਰ ਫਲਾਣੇ ਦਾ ਠੀਕ ਹੋ ਗਿਆ, ਉਹ ਠੀਕ ਹੋ ਗਿਆ, ਉਹ ਠੀਕ ਹੋ ਗਿਆ। ਇਹ ਸਾਰੇ ਜਿਹੜੇ ਹੁੰਦੇ, ਜਿਹੜੇ ਮੈਕਸਿਮਮ ਮਿਨੀ ਸਟ੍ਰੋਕ ਹੁੰਦੇ ਨੇ, ਇਹਨਾਂ ਨੇ 5 ਤੋਂ 15 ਮਿੰਟ ਦੇ ਅੰਦਰ ਤਾਂ ਵੈਸੇ ਹੀ ਨਾਰਮਲ ਹੋ ਜਾਣਾ ਸੀ। ਕਿ 4.5 ਘੰਟੇ ਦੇ ਅੰਦਰ ਤਾਂ ਟੀਕਾ ਲੱਗ ਸਕਦਾ ਹੈ ਤੇ ਜਿਸ ਕਰਕੇ ਨਾੜਾਂ ਅਸੀਂ ਖੋਲ ਸਕਦੇ ਹਾਂ। ਸਿੰਪਲ ਇੰਜੈਕਸ਼ਨ ਹੁੰਦਾ ਵੀ ਨਾੜ ਥਰੂ ਦੇ ਕੇ ਉਹ ਨਸ ਖੁੱਲ ਜਾਂਦੀ ਹੈ, ਬੰਦੇ ਦਾ ਪੈਰਾਲਿਸਿਸ ਰਿਵਰਸ ਹੋ ਜਾਂਦਾ ਹੈ। ਕਿ 4.5 ਘੰਟੇ ਦੇ ਅੰਦਰ ਤਾਂ ਟੀਕਾ ਲੱਗ ਸਕਦਾ ਹੈ ਤੇ ਜਿਸ ਕਰਕੇ ਨਾੜਾਂ ਅਸੀਂ ਖੋਲ ਸਕਦੇ ਹਾਂ। ਸਿੰਪਲ ਇੰਜੈਕਸ਼ਨ ਹੁੰਦਾ ਵੀ ਨਾੜ ਥਰੂ ਦੇ ਕੇ ਉਹ ਨਸ ਖੁੱਲ ਜਾਂਦੀ ਹੈ, ਬੰਦੇ ਦਾ ਪੈਰਾਲਿਸਿਸ ਰਿਵਰਸ ਹੋ ਜਾਂਦਾ ਹੈ। ਅਧਰੰਗ ਹੁੰਦਾ ਕੀ ਹੈ? ਬੇਸਿਕਲੀ ਬਹੁਤ ਸਾਰੇ ਲੋਕਾਂ ਨੂੰ ਇਹ ਕਨਫਿਊਜ਼ਨ ਰਹਿੰਦੀ ਹੈ, ਪਰ ਤੁਸੀਂ ਦੱਸੋ ਕਿ ਅਧਰੰਗ ਹੁੰਦਾ ਕੀ? ਅਧਰੰਗ ਤੇ ਹਾਰਟ ਅਟੈਕ ਦੇ ਵਿੱਚ ਬਹੁਤ ਫਰਕ ਹੈ। ਹਾਰਟ ਅਟੈਕ ਤਾਂ ਹੁੰਦਾ ਵੀ ਛਾਤੀ 'ਚ ਦਰਦ ਹੋ ਗਿਆ, ਹਾਰਟ ਦੀ ਨਾੜਾਂ ਜਿਹੜੀ ਬਲੌਕ ਹੋ ਜਾਂਦੀ ਹੈ, ਉਹਦੇ ਵਿੱਚ ਟਾਈਮ ਹੁੰਦਾ ਹੈ ਵੀ ਸਾਨੂੰ ਪੇਨ ਹੁੰਦਾ ਹੈ, ਚੈਸਟ ਦੇ ਵਿੱਚ ਸਾਹ ਲੈਣ 'ਚ ਦਿੱਕਤ ਹੁੰਦੀ ਹੈ ਤੇ ਕਈ ਲੋਕਾਂ ਨੂੰ ਮੌਕਾ ਵੀ ਮਿਲਦਾ ਹੈ ਵੀ ਤੁਰਨ ਫਿਰਨ ਤੇ ਸਾਹ ਸਾਡਾ ਤੇਜ਼ ਚੱਲ ਰਿਹਾ, ਸਾਨੂੰ ਛਾਤੀ ਦਰਦ ਹੋ ਰਿਹਾ, ਡਾਕਟਰ ਕੋਲ ਪਹੁੰਚ ਜਾਂਦੇ ਨੇ, ਐਂਜੀਓਗ੍ਰਾਫੀ ਕਰਾਈ, ਸਟੈਂਟ ਪਵਾਇਆ, ਦਵਾਈ ਖਾਧੀ, ਠੀਕ ਹੋ ਜਾਂਦਾ। ਪਰ ਸਟ੍ਰੋਕ ਦੇ ਵਿੱਚ ਇੰਨਾ ਮੌਕਾ ਨਹੀਂ ਮਿਲਦਾ ਕਿਸੇ ਨੂੰ। ਸਟ੍ਰੋਕ ਯਾਨੀ ਪੈਰਾਲਿਸਿਸ, ਬ੍ਰੇਨ ਸਟ੍ਰੋਕ ਜਿਹੜਾ ਹੁੰਦਾ ਹੈ, ਇੱਕਦਮ ਅਚਾਨਕ ਹੀ ਦਿਮਾਗ ਦੀ ਨਾੜ ਜੇ ਬਲੌਕ ਹੋ ਜਾਏ ਜਾਂ ਨਸ ਫਟ ਜਾਏ, ਦੋਨੋਂ ਕੇਸਿਸ ਦੇ ਵਿੱਚ ਜਿਹੜਾ ਹਿੱਸਾ ਕੰਟਰੋਲ ਕਰਨਾ ਸੀ ਉਹ ਹਿੱਸਾ ਬੇਕਾਰ ਹੋ ਜਾਂਦਾ। ਜਿਹੜੀ ਦਿਮਾਗ ਨੂੰ ਖੂਨ ਦੀ ਸਪਲਾਈ ਆ ਨਾੜੀ ਆ ਜੀ, ਉਹ ਬੰਦ ਹੋ ਜਾਂਦੀ ਆ ਤਾਂ ਦਿਮਾਗ ਨੂੰ ਜਾਂਦੀ ਹੋਏ, ਤਾਂ ਉਹ ਇਹ ਅਧਰੰਗ ਦਾ ਮੁੱਖ ਕਾਰਨ ਉਹ ਬਣਦਾ। ਸਿੰਪਲੀ ਜਿਵੇਂ ਕੋਈ ਸਵਿਚ ਹੁੰਦੇ ਵੀ ਆ ਇਹਦਾ ਲਾਈਟ ਦਾ ਸਵਿਚ ਹੈ, ਇਹ ਪੱਖੇ ਦਾ ਸਵਿਚ ਹੈ, ਠੀਕ ਹੈ, ਉਹ ਜੋ ਵੀ ਸਵਿਚ ਖਰਾਬ ਹੋ ਗਿਆ ਤਾਂ ਫਿਰ ਪੱਖਾ ਨਹੀਂ ਚੱਲਣਾ। ਤੇ ਦਿਮਾਗ ਦੇ ਵਿੱਚ ਜੇ ਉਹ ਨਸ ਬਲੌਕ ਹੋ ਗਈ, ਜਿੱਥੇ ਜ਼ੁਬਾਨ ਚੱਲਦੀ ਹੈ ਉਹ ਨਸ ਬਲੌਕ ਹੋ ਗਈ ਤਾਂ ਬੰਦਾ ਬੋਲ ਨਹੀਂ ਸਕਦਾ। ਫਿਰ ਹਾਰਟ ਦਾ ਤਾਂ ਅਸੀਂ ਮੰਨ ਲਿਆ ਵੀ ਅਸੀਂ ਘਿਓ ਵੱਧ ਖਾ ਲਿਆ ਜਾਂ ਅਸੀਂ ਜਾਂ ਕੋਈ ਚੀਜ਼ਾਂ ਦਾ ਕਰਦੇ ਆ, ਪਰ ਇਹਦਾ ਕਾਰਨ ਕੀ ਰਹਿੰਦਾ ਹੈ? ਕਾਰਨ ਬਿਲਕੁਲ ਸੇਮ ਨੇ, ਜਿਹੜੇ ਕਾਰਨ ਹਾਰਟ ਦੇ ਨੇ ਸੇਮ ਕਾਰਨ ਬ੍ਰੇਨ ਸਟ੍ਰੋਕ ਦੇ ਨੇ। ਸਿੰਪਟਮਸ ਕਿਵੇਂ ਪਤਾ ਲੱਗਣਗੇ ਵੀ ਬਈ ਇਹ ਅਧਰੰਗ ਦਾ ਜਿਹੜਾ ਸਿੰਪਟਮਸ ਆ, ਮੈਨੂੰ ਅਧਰੰਗ ਹੋ ਰਿਹਾ ਜਾਂ ਮੈਨੂੰ ਸਟ੍ਰੋਕ? ਦੇਖਿਏ, ਹਾਰਟ ਦੀ ਜਿਹੜੀ ਨਾੜਾਂ ਹੁੰਦੀ ਹੈ ਉਹਨਾਂ ਦੇ ਆਪਸ ਦੇ ਵਿੱਚ ਕਨੈਕਸ਼ਨ ਹੁੰਦੇ ਨੇ। ਪਹਿਲਾਂ ਉਹ ਨਾੜਾਂ ਸਿੰਗੁੜਦੀਆਂ ਤੇ ਉਸ ਤੋਂ ਬਾਅਦ ਉਹਨਾਂ ਦੇ ਵਿੱਚ ਕਲੌਟ ਬਣ ਜਾਂਦੇ ਨੇ ਤੇ ਬੰਦੇ ਨੂੰ ਹਾਰਟ ਅਟੈਕ 'ਚ ਟਾਈਮ ਲੱਗਦਾ ਹੈ। ਬ੍ਰੇਨ ਦੀ ਨਾੜਾਂ ਜਿਹੜੀ ਹੁੰਦੀ ਹੈ ਉਹ ਐਂਡ ਆਰਟਰੀਜ਼ ਹੁੰਦੀ ਹੈ। ਐਂਡ ਆਰਟਰੀਜ਼ ਦਾ ਮਤਲਬ ਹੁੰਦਾ ਹੈ ਉਹਨਾਂ ਦਾ ਆਪਸ ਦੇ ਵਿੱਚ ਕਨੈਕਸ਼ਨ ਨਹੀਂ ਹੁੰਦਾ। ਜੇ ਕਿਸੇ ਇੱਕ ਨਸ ਦੇ ਵਿੱਚ ਕਲੌਟ ਆ ਗਿਆ ਤਾਂ ਉਹ ਕਲੌਟ ਆ ਗਿਆ। ਉਹ ਆਪਾਂ ਦਵਾਈ ਜੀਭ ਥੱਲੇ ਦਵਾਈ ਰੱਖੀ ਹੈ ਜਿਹੜੀ ਹਾਰਟ ਤੇ ਕੰਮ ਕਰਦੀ ਹੈ, ਉਹਨੇ ਬ੍ਰੇਨ 'ਚ ਨਹੀਂ ਕੰਮ ਕਰਨਾ। ਇਸ ਕਰਕੇ ਜਦੋਂ ਵੀ ਅਟੈਕ ਹੋ ਜਾਏ, ਸਲਾਹ ਸਾਡੀ ਇਹੀ ਹੁੰਦੀ ਹੈ ਵੀ ਘਰੇ ਕੋਈ ਦਵਾਈ ਆਪਣੇ ਆਪ ਨਾ ਲਓ ਤੇ ਹਸਪੀਟਲ ਪਹੁੰਚੋ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ, ਮੈਂ ਤੁਹਾਡਾ ਜਸਪ੍ਰੀਤ ਸਿੰਘ ਆਸ਼ਕ। ਅੱਜ ਗੱਲ ਅਧਰੰਗ ਨੂੰ ਲੈ ਕੇ ਕਰਾਂਗੇ। ਸਟ੍ਰੋਕ, ਅਧਰੰਗ ਜਾਂ ਲਕਵਾ ਇੱਕੋ ਗੱਲ ਹੈ, ਪਰ ਇਸ ਦੇ ਦੌਰੇ ਦੇ ਨਾਲ ਇੱਕ ਰਿਪੋਰਟ ਦੱਸਦੀ ਹੈ ਕਿ ਦੇਸ਼ ਭਰ ਦੇ ਵਿੱਚ ਰੋਜ਼ਾਨਾ 2000 ਦੇ ਕਰੀਬ ਬੰਦੇ ਨੇ ਜਿਹੜੇ ਉਹ ਘਿਰ ਜਾਂਦੇ ਨੇ। ਜੇ ਕਹੀਏ ਉਹਨਾਂ 'ਚੋਂ ਕਾਫੀ ਜ਼ਿਆਦਾ ਡੈਥ ਵੀ ਹੋ ਜਾਂਦੀ ਆ ਤੇ ਫਿਰ ਕਈ ਆਪਣੇ ਅੰਗ ਨੂੰ ਬੇਕਾਰ ਵੀ ਕਰ ਲੈਂਦੇ ਨੇ। ਆਖਿਰਕਾਰ ਇਹਦਾ ਹੋਣ ਦਾ ਕਾਰਨ ਕੀ ਆ, ਕਿਉਂ ਇਹ ਹੁੰਦਾ ਆ? ਅੱਜ ਪੂਰੇ ਦੇਸ਼ ਭਰ ਦੇ ਨਹੀਂ, ਪੂਰੇ ਵਿਦੇਸ਼ ਦੇ ਵਿੱਚ ਵੀ ਇਸ ਨੂੰ ਮਨਾਇਆ ਜਾ ਰਿਹਾ, ਸਟ੍ਰੋਕ ਵਰਲਡ ਡੇ ਮਨਾਇਆ ਜਾ ਰਿਹਾ। ਪਰ ਕਾਰਨਾਂ ਬਾਰੇ ਗੱਲ ਕਰਾਂਗੇ। ਜੇਕਰ ਤੁਸੀਂ ਘਰੇ ਹੋ, ਜੇਕਰ ਅਧਰੰਗ ਦਾ ਦੌਰਾ ਪੈਂਦਾ ਹੈ ਤੇ ਅਸੀਂ ਅਫੀਮ ਯੂਜ਼ ਕਰ ਲੈਂਦੇ ਹਾਂ ਜਾਂ ਕੋਈ ਹੋਰ ਚੀਜ਼ ਯੂਜ਼ ਕਰ ਲੈਂਦੇ ਹਾਂ, ਕੀ ਉਹਦਾ ਫਰਕ ਪੈਂਦਾ ਜਾਂ ਫਿਰ ਕੋਈ ਹੋਰ ਟਰੀਟਮੈਂਟ ਲੈਣ ਦੀ ਲੋੜ ਆ? ਸਾਡੇ ਨਾਲ ਸੀਨੀਅਰ ਡਾਕਟਰ ਅਨੁਰਾਗ ਲਾਂਬਾ ਜੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ, ਸਪੈਸ਼ਲਿਸਟ ਨੇ ਇਸ ਗੱਲ ਦੇ। ਰਾਜ ਜੀ, ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ। ਅਨੁਰਾਗ ਜੀ, ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਤਾਂ ਅਧਰੰਗ ਹੁੰਦਾ ਕੀ ਹੈ? ਬੇਸਿਕਲੀ ਬਹੁਤ ਸਾਰੇ ਲੋਕਾਂ ਨੂੰ ਇਹ ਕਨਫਿਊਜ਼ਨ ਰਹਿੰਦੀ ਹੈ, ਪਰ ਤੁਸੀਂ ਦੱਸੋ ਕਿ ਅਧਰੰਗ ਹੁੰਦਾ ਕੀ ਹੈ? ਦੇਖੋ ਜੀ, ਅਧਰੰਗ ਤੇ ਹਾਰਟ ਅਟੈਕ ਦੇ ਵਿੱਚ ਬਹੁਤ ਫਰਕ ਹੈ। ਹਾਰਟ ਅਟੈਕ ਤਾਂ ਹੁੰਦਾ ਵੀ ਛਾਤੀ 'ਚ ਦਰਦ ਹੋ ਗਿਆ, ਹਾਰਟ ਦੀ ਨਾੜਾਂ ਜਿਹੜੀ ਬਲੌਕ ਹੋ ਜਾਂਦੀ ਹੈ, ਉਹਦੇ ਵਿੱਚ ਟਾਈਮ ਹੁੰਦਾ ਹੈ ਵੀ ਸਾਨੂੰ ਪੇਨ ਹੁੰਦਾ ਹੈ, ਚੈਸਟ ਦੇ ਵਿੱਚ ਸਾਹ ਲੈਣ 'ਚ ਦਿੱਕਤ ਹੁੰਦੀ ਹੈ ਤੇ ਕਈ ਲੋਕਾਂ ਨੂੰ ਮੌਕਾ ਵੀ ਮਿਲਦਾ ਹੈ ਵੀ ਤੁਰਨ ਫਿਰਨ ਤੇ ਸਾਹ ਸਾਡਾ ਤੇਜ਼ ਚੱਲ ਰਿਹਾ, ਸਾਨੂੰ ਛਾਤੀ ਦਰਦ ਹੋ ਰਿਹਾ, ਡਾਕਟਰ ਕੋਲ ਪਹੁੰਚ ਜਾਂਦੇ ਨੇ, ਐਂਜੀਓਗ੍ਰਾਫੀ ਕਰਾਈ, ਸਟੈਂਟ ਪਵਾਇਆ, ਦਵਾਈ ਖਾਧੀ, ਠੀਕ ਹੋ ਜਾਂਦਾ। ਪਰ ਸਟ੍ਰੋਕ ਦੇ ਵਿੱਚ ਇੰਨਾ ਮੌਕਾ ਨਹੀਂ ਮਿਲਦਾ ਕਿਸੇ ਨੂੰ। ਸਟ੍ਰੋਕ ਯਾਨੀ ਪੈਰਾਲਿਸਿਸ, ਬ੍ਰੇਨ ਸਟ੍ਰੋਕ ਜਿਹੜਾ ਹੁੰਦਾ ਹੈ, ਇੱਕਦਮ ਅਚਾਨਕ ਹੀ ਦਿਮਾਗ ਦੀ ਨਾੜ ਜੇ ਬਲੌਕ ਹੋ ਜਾਏ ਜਾਂ ਨਸ ਫਟ ਜਾਏ,
ਦੋਨੋਂ ਕੇਸਿਸ ਦੇ ਵਿੱਚ ਜਿਹੜਾ ਹਿੱਸਾ ਕੰਟਰੋਲ ਕਰਨਾ ਸੀ ਉਹ ਹਿੱਸਾ ਬੇਕਾਰ ਹੋ ਜਾਂਦਾ। ਜਿਵੇਂ ਬੰਦੇ ਦੀ ਜ਼ੁਬਾਨ ਰੁਕ ਸਕਦੀ ਹੈ, ਉਹਦਾ ਬੋਲਣਾ ਬਿਲਕੁਲ ਬੰਦ ਹੋ ਸਕਦਾ ਹੈ, ਜਾਂ ਉਹਦੀ ਜ਼ੁਬਾਨ ਖਰਾਬ ਹੋ ਸਕਦੀ ਹੈ ਵੀ ਸਾਫ਼ ਨਹੀਂ ਬੋਲਿਆ ਜਾਂਦਾ ਉਹ ਤੋਂ, ਜਾਂ ਇੱਕ ਪਾਸਾ ਭਾਵੇਂ ਸੱਜਾ ਜਾਂ ਖੱਬਾ ਕੋਈ ਵੀ ਹੱਥ 'ਚ ਬਾਂਹ ਇਹ ਰੁਕ ਸਕਦਾ ਹੈ, ਤੇ ਇਸੇ ਨੂੰ ਪੈਰਾਲਿਸਿਸ ਕਹਿੰਦੇ ਨੇ। ਇਹਦੇ ਵਿੱਚ ਬੰਦੇ ਨੂੰ ਟਾਈਮ ਨਹੀਂ ਮਿਲਦਾ, ਇਸ ਕਰਕੇ ਲੱਛਣ ਕਿ ਨਾੜੀ ਦਾ ਜਿਹੜੀ ਦਿਮਾਗ ਨੂੰ ਖੂਨ ਦੀ ਸਪਲਾਈ ਆ ਨਾੜੀ ਆ ਜੀ ਉਹ ਬੰਦ ਹੋ ਜਾਂਦੀ ਆ ਤਾਂ ਦਿਮਾਗ ਨੂੰ ਜਾਂਦੀ ਹੋਏ ਤਾਂ ਉਹ ਇਹ ਅਧਰੰਗ ਦਾ ਮੁੱਖ ਕਾਰਨ ਉਹ ਬਣਦਾ। ਬਿਲਕੁਲ ਸਿੰਪਲ ਹੀ, ਜਿਵੇਂ ਕੋਈ ਸਵਿਚ ਹੁੰਦੇ ਵੀ ਆ ਇਹਦਾ ਲਾਈਟ ਦਾ ਸਵਿਚ ਹੈ, ਇਹ ਪੱਖੇ ਦਾ ਸਵਿਚ ਹੈ, ਠੀਕ ਹੈ, ਉਹ ਜੋ ਵੀ ਸਵਿਚ ਖਰਾਬ ਹੋ ਗਿਆ ਤਾਂ ਫਿਰ ਪੱਖਾ ਨਹੀਂ ਚੱਲਣਾ। ਤੇ ਦਿਮਾਗ ਦੇ ਵਿੱਚ ਜੇ ਉਹ ਨਸ ਬਲੌਕ ਹੋ ਗਈ, ਜਿੱਥੇ ਜ਼ੁਬਾਨ ਚੱਲਦੀ ਹੈ ਉਹ ਨਸ ਬਲੌਕ ਹੋ ਗਈ ਤਾਂ ਬੰਦਾ ਬੋਲ ਨਹੀਂ ਸਕਦਾ ਫਿਰ, ਜਾਂ ਉਹਦਾ ਹੱਥ ਜਾਂ ਪੈਰ ਜੋ ਹੈ ਉਹ ਕੰਮ ਨਹੀਂ ਕਰਨਾ। ਕਾਰਨ ਕੀ ਰਹਿੰਦੇ ਨੇ ਇਹਦੇ ਹੋਣ ਦੇ? ਸਭ ਤੋਂ ਮੇਜਰ ਗੱਲ ਇਹ ਹੁੰਦੀ ਆ ਕਿ ਹਾਰਟ ਦਾ ਤਾਂ ਅਸੀਂ ਮੰਨ ਲਿਆ ਵੀ ਅਸੀਂ ਘਿਓ ਵੱਧ ਖਾ ਲਿਆ ਜਾਂ ਅਸੀਂ ਜਾਂ ਕੋਈ ਚੀਜ਼ਾਂ ਦਾ ਕਰਦੇ ਆ, ਪਰ ਇਹਦਾ ਕਾਰਨ ਕੀ ਰਹਿੰਦਾ ਹੈ? ਕਾਰਨ ਬਿਲਕੁਲ ਸੇਮ ਨੇ, ਜਿਹੜੇ ਕਾਰਨ ਹਾਰਟ ਦੇ ਨੇ ਸੇਮ ਕਾਰਨ ਬ੍ਰੇਨ ਸਟ੍ਰੋਕ ਦੇ ਨੇ। ਜਿਵੇਂ ਜ਼ਿਆਦਾ ਕੋਲੇਸਟ੍ਰੋਲ ਦਾ ਖਾਣਾ ਖਾਣਾ, ਜ਼ਿਆਦਾ ਲੋਕੀ ਫਾਸਟ ਫੂਡ ਯੂਜ਼ ਕਰਦੇ ਨੇ, ਜਾਂ ਫਿਰ ਸਿਟਿੰਗ ਅੱਜ ਕੱਲ੍ਹ ਬਹੁਤ ਜ਼ਿਆਦਾ ਹੁੰਦੀ ਹੈ ਲੋਕਾਂ ਨੂੰ, ਵੀ ਲੋਕੀ 8-8 9-9 ਘੰਟੇ ਕੁਰਸੀ ਤੇ ਬੈਠੇ ਰਹਿੰਦੇ ਨੇ, ਕੰਪਿਊਟਰ ਜੌਬ ਤੇ ਜਾਂ ਆਪਣੀ ਦੁਕਾਨਦਾਰੀ ਜੌਬ ਤੇ ਜਾਂ ਕਿਸੇ ਵੀ ਜੌਬ ਤੇ, ਜਾਂ ਵੈਸੇ ਵੀ ਲੋਕੀ ਅੱਜ ਕੱਲ੍ਹ ਬੈਠਣਾ ਹੀ ਜ਼ਿਆਦਾ ਪਸੰਦ ਕਰਦੇ ਨਹੀਂ। ਘਰ ਵੀ ਛੋਟੇ ਛੋਟੇ ਹੋ ਗਏ, ਘਰੋਂ ਬਾਹਰ ਨਿਕਲਣਾ ਕੋਈ ਪਸੰਦ ਨਹੀਂ ਕਰਦਾ, ਤੇ ਜ਼ਿਆਦਾ ਸਿਟਿੰਗ ਕਰਕੇ ਵੀ ਸਾਨੂੰ ਰਿਸਕ ਜਿਹੜਾ ਸਟ੍ਰੋਕ ਦਾ ਹੋ ਜਾਂਦਾ ਹੈ। ਬੰਦੇ ਨੂੰ ਬੀਪੀ ਹੋਏ ਉਹਨੂੰ ਕੰਟਰੋਲ ਨਹੀਂ ਕਰਦੇ, ਸ਼ੂਗਰ ਨੂੰ ਕੰਟਰੋਲ ਨਹੀਂ ਕਰਦੇ, ਅੰਦਰੋਂ ਹੀ ਅੰਦਰ ਨਾੜਾਂ ਸਾਡੀ ਕਮਜ਼ੋਰ ਹੋ ਜਾਂਦੀਆਂ ਤੇ ਵਕਤ ਦੇ ਨਾਲ ਨਾਲ ਕਲੌਟ ਬਣਨ ਦੀ ਸੰਭਾਵਨਾ ਜ਼ਿਆਦਾ ਹੋ ਜਾਂਦੀ ਹੈ। ਕੋਈ ਬਿਮਾਰੀਆਂ ਵੀ ਅਸਰ ਕਰਦੀਆਂ ਜਿਵੇਂ ਸ਼ੂਗਰ ਹੋ ਗਈ ਜਾਂ ਕੋਈ ਬੀਪੀ ਦੀ? ਬਿਲਕੁਲ ਜੀ, ਵਹੀ ਮੈਂ ਕਹਿ ਰਿਹਾ, ਸ਼ੂਗਰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ। ਸ਼ੂਗਰ ਹੋ ਗਈ ਠੀਕ ਹੈ, ਪਰ ਜੇ ਆਪਾਂ ਉਹਨੂੰ ਕੰਟਰੋਲ ਰੱਖੀਏ ਤਾਂ ਬਿਲਕੁਲ ਬਚਿਆ ਜਾ ਸਕਦਾ ਹੈ। ਮਤਲਬ ਜੋ ਸ਼ੂਗਰ ਹੈ ਉਹ ਵੀ ਦਿੱਕਤ ਦਿੰਦੀ ਆ। ਜੇ ਬੀਪੀ ਦੀ ਵਰਗੀ ਪ੍ਰੋਬਲਮ ਉਹ ਵੀ ਇਹਦੇ ਵਿੱਚ ਵੱਡਾ ਰੋਲ? ਜੀ ਹਾਂ, ਜੀ ਹਾਂ, ਬੀਪੀ ਸ਼ੂਗਰ ਦੋਨਾਂ ਦਾ ਬਹੁਤ ਰੋਲ ਹੈਗਾ। ਮੇਨ ਕਾਰਨ ਮੈਂ ਇੱਕ ਵਾਰੀ ਫਿਰ ਰਿਪੀਟ ਕਰਦਾ, ਜਿਵੇਂ ਕਿਸੇ ਨੂੰ ਬੀਪੀ ਹੈਗਾ, ਸ਼ੂਗਰ ਹੈਗੀ ਹੈ, ਇਹਨਾਂ ਦੋਨਾਂ ਨੂੰ ਕੰਟਰੋਲ ਰੱਖਣਾ ਬਹੁਤ ਜ਼ਰੂਰੀ ਹੈ। ਜੇਕਰ ਆਪਾਂ ਕੰਟਰੋਲ ਰੱਖੀਏ ਫਿਰ ਸਾਡਾ ਸਟ੍ਰੋਕ ਦਾ ਰਿਸਕ ਜਾਂ ਹਾਰਟ ਅਟੈਕ ਦਾ ਰਿਸਕ ਵੈਸੇ ਹੀ ਬਹੁਤ ਘੱਟ ਹੋ ਜਾਂਦਾ ਹੈ। ਹਾਰਟ ਦੇ ਲਈ ਤਾਂ ਠੀਕ ਹੈ, ਮੰਨ ਲੈਂਦੇ ਕੋਈ ਗੋਲੀ ਆ ਜਾਂਦੀ ਆ, ਜੀਭ ਥੱਲੇ ਬੰਦਾ ਰੱਖ ਲੈਂਦਾ, ਕੰਟਰੋਲ ਹੁੰਦਾ ਆ। ਜੇਕਰ ਘਰੇ ਕੋਈ ਆਮ ਵਿਅਕਤੀ, ਜਿਵੇਂ ਹੁਣ ਸਾਡੇ ਬਹੁਤ ਸਾਰੇ ਵਿਊਵਰ ਸਾਨੂੰ ਦੇਖ ਰਹੇ ਆ, ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਸਿੰਪਟਮਸ ਕਿਵੇਂ ਪਤਾ ਲੱਗਣਗੇ ਵੀ ਬਈ ਇਹ ਅਧਰੰਗ ਦਾ ਜਿਹੜਾ ਸਿੰਪਟਮਸ ਆ, ਮੈਨੂੰ ਅਧਰੰਗ ਹੋ ਰਿਹਾ ਜਾਂ ਮੈਨੂੰ ਸਟ੍ਰੋਕ ਹੋ ਰਿਹਾ? ਦੇਖਿਏ, ਹਾਰਟ ਦੀ ਜਿਹੜੀ ਨਾੜਾਂ ਹੁੰਦੀ ਹੈ ਉਹਨਾਂ ਦੇ ਆਪਸ ਦੇ ਵਿੱਚ ਕਨੈਕਸ਼ਨ ਹੁੰਦੇ ਨੇ। ਪਹਿਲਾਂ ਉਹ ਨਾੜਾਂ ਸਿੰਗੁੜਦੀਆਂ ਤੇ ਉਸ ਤੋਂ ਬਾਅਦ ਉਹਨਾਂ ਦੇ ਵਿੱਚ ਕਲੌਟ ਬਣ ਜਾਂਦੇ ਨੇ, ਤੇ ਬੰਦੇ ਨੂੰ ਹਾਰਟ ਅਟੈਕ 'ਚ ਟਾਈਮ ਲੱਗਦਾ ਹੈ। ਜੇ ਆਪਾਂ ਕੋਈ ਦਵਾਈ ਜੀਭ ਥੱਲੇ ਰੱਖੀਏ ਤਾਂ ਨਾੜਾਂ ਕੁਝ ਟਾਈਮ ਵਾਸਤੇ ਥੋੜਾ ਬਹੁਤ ਖੁੱਲ ਜਾਂਦੀਆਂ, ਤੇ ਕਿਸੇ ਕਿਸੇ ਨੂੰ ਮੌਕਾ ਮਿਲ ਜਾਂਦਾ, ਸਭ ਨੂੰ ਮੌਕਾ ਨਹੀਂ ਮਿਲਦਾ। ਜੇ ਉਹਦੀ ਪ੍ਰੋਬਲਮ ਅਟੈਕ ਵੱਡਾ ਹੋਵੇ ਤਾਂ ਉਹ ਵੀ ਦਵਾਈ ਕਰਕੇ ਜੀਭ ਥੱਲੇ ਰੱਖਣਾ ਠੀਕ ਨਹੀਂ ਹੋਣਾ ਉਹਨੇ। ਪਰ ਬ੍ਰੇਨ ਦੀ ਨਾੜਾਂ ਜਿਹੜੀ ਹੁੰਦੀ ਹੈ ਉਹ ਐਂਡ ਆਰਟਰੀਜ਼ ਹੁੰਦੀ ਹੈ। ਐਂਡ ਆਰਟਰੀਜ਼ ਦਾ ਮਤਲਬ ਹੁੰਦਾ ਉਹਨਾਂ ਦਾ ਆਪਸ ਦੇ ਵਿੱਚ ਕਨੈਕਸ਼ਨ ਨਹੀਂ ਹੁੰਦਾ। ਜੇ ਕਿਸੇ ਇੱਕ ਨਸ ਦੇ ਵਿੱਚ ਕਲੌਟ ਆ ਗਿਆ ਤਾਂ ਉਹ ਕਲੌਟ ਆ ਗਿਆ, ਉਹ ਆਪਾਂ ਦਵਾਈ ਜੀਭ ਥੱਲੇ ਦਵਾਈ ਰੱਖੀ ਹੈ ਜਿਹੜੀ ਹਾਰਟ ਤੇ ਕੰਮ ਕਰਦੀ ਹੈ, ਉਹਨੇ ਬ੍ਰੇਨ 'ਚ ਨਹੀਂ ਕੰਮ ਕਰਨਾ। ਇਸ ਕਰਕੇ ਜਦੋਂ ਵੀ ਅਟੈਕ ਹੋ ਜਾਏ, ਸਲਾਹ ਸਾਡੀ ਇਹੀ ਹੁੰਦੀ ਹੈ ਵੀ ਘਰੇ ਕੋਈ ਦਵਾਈ ਆਪਣੇ ਆਪ ਨਾ ਲਓ, ਤੇ ਹਸਪੀਟਲ ਪਹੁੰਚੋ, ਕਿਸੇ ਵੱਡੇ ਹਸਪੀਟਲ ਜਿੱਥੇ ਸੀਟੀ ਸਕੈਨ MRI ਹੁੰਦਾ ਹੋਏ, ਨਿਊਰੋ ਦੇ ਡਾਕਟਰ ਦੀ ਸੁਵਿਧਾ ਉਪਲਬਧ ਹੋਏ, ਉੱਥੇ ਪਹੁੰਚੋ ਤਾਂ ਕਿ ਫਟਾਫਟ ਇਲਾਜ ਹੋ ਸਕੇ। ਮਤਲਬ ਮੈਂ ਇਹ ਗੱਲ ਸੀ ਕਿ ਸਿੰਪਟਮਸ ਕੀ ਰਹਿਣਗੇ, ਕਿਉਂਕਿ ਕਈ ਵਾਰ ਇਹ ਹੁੰਦਾ ਵੀ ਸਾਨੂੰ ਪਤਾ ਹੀ ਨਾ ਲੱਗੇ। ਹਾਰਟ ਦਾ ਤਾਂ ਚਲੋ ਤੁਸੀਂ ਕਿਹਾ ਵੀ ਪੇਨ ਹੋਣ ਲੱਗ ਜਾਂਦੀ, ਇੱਧਰ ਵੀ ਕੋਈ ਸਿੰਪਟਮਸ ਹੁੰਦਾ ਜਾਂ ਕਿਸ ਤਰੀਕੇ? ਹਾਂ, ਇੱਕ ਤਾਂ ਜਿਹੜਾ ਸਿੰਪਟਮ ਅਸੀਂ ਪਹਿਲੇ ਡਿਸਕਸ ਕੀਤੇ ਉਹ ਤਾਂ ਹੋ ਗਏ, ਜਿਵੇਂ ਇੱਕ ਪਾਸਾ ਖੜ ਗਿਆ। ਇਹਦੇ 'ਚ ਨਾ ਇੱਕ ਮਿਨੀ ਸਟ੍ਰੋਕ ਵੀ ਹੁੰਦਾ ਹੈ, ਉਹਨੂੰ ਆਪਾਂ TIA ਕਹਿੰਦੇ ਨੇ, ਟ੍ਰਾਂਜ਼ੀਐਂਟ ਇਸਕੀਮਿਕ ਅਟੈਕ। ਹੁਣ ਮਿਨੀ ਸਟ੍ਰੋਕ ਇਹੋ ਜਿਹੇ ਸਟ੍ਰੋਕ ਹੁੰਦੇ ਨੇ ਵੀ ਨਸ ਬਲੌਕ ਹੋਈ ਤੇ 5 ਤੋਂ ਲੈ ਕੇ 15 ਮਿੰਟ ਦੇ ਅੰਦਰ ਅੰਦਰ ਨਾੜੀ ਖੁੱਲ ਜਾਂਦੀ ਹੈ। ਜਿਵੇਂ ਤੁਹਾਡਾ ਹੱਥ ਕੋਈ ਇੱਕ ਪਾਸਾ ਸੁੰਨ ਪੈ ਗਿਆ, ਤੇ ਸੁੰਨ ਪੈਣ ਤੋਂ ਬਾਅਦ ਤੁਸੀਂ ਮਾਲਿਸ਼ ਕੀਤੀ ਜਾਂ ਹੋਰ ਕੁਝ ਕੀਤਾ, ਤੁਸੀਂ ਸੋਚਿਆ ਹਾਂ ਵੀ ਹੁਣ ਠੀਕ ਹੋ ਗਿਆ, ਤਾਂ ਇਹੋ ਜਿਹੇ ਲੱਛਣਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਇਹ ਵੀ ਸਟ੍ਰੋਕ ਦੇ ਹੀ ਲੱਛਣ ਨੇ। ਜਿਨ੍ਹਾਂ ਲੋਕਾਂ ਨੂੰ ਮਿਨੀ ਸਟ੍ਰੋਕ ਹੁੰਦਾ ਹੈ, ਜਿਹੜਾ ਆਪਣੇ ਆਪ ਹੀ ਖੁੱਲ ਜਾਂਦਾ ਹੈ 5 ਤੋਂ 15 ਮਿੰਟ ਦੇ ਅੰਦਰ ਅੰਦਰ, ਇਹੋ ਜਿਹੇ ਲੋਕਾਂ ਨੂੰ ਕੋਈ ਬਹੁਤ ਵੱਡੇ ਇਲਾਜ ਦੀ ਲੋੜ ਨਹੀਂ ਪੈਂਦੀ। ਜੇ ਇਹ ਵੀ ਸਹੀ ਟਾਈਮ ਤੇ ਡਾਕਟਰ ਕੋਲ ਪਹੁੰਚ ਜਾਣ ਤਾਂ ਡਾਕਟਰ ਟੈਸਟ ਕਰਕੇ ਉਹਨਾਂ ਨੂੰ ਕੁਝ ਸਿੰਪਲ ਦਵਾਈਆਂ ਹੁੰਦੀਆਂ, ਜਿਹੜੀ ਵੀ ਬੰਦੇ ਦੀ ਲੋੜ ਹੁੰਦੀ, ਜਿਸ ਤਰ੍ਹਾਂ ਦਾ ਕੇਸ ਹੁੰਦਾ ਹੈ ਅਸੀਂ ਦਵਾਈ ਸਟਾਰਟ ਕਰ ਦਿੰਦੇ ਨੇ, ਤੇ ਉਹ ਮੇਜਰ ਬਿਮਾਰੀ ਤੋਂ ਬਚ ਜਾਂਦਾ ਹੈ। ਮਤਲਬ ਜਿਹੜਾ ਹੱਥ ਕਈ ਵਾਰ ਅਸੀਂ ਦੇਖਦੇ ਆ ਵੀ ਸੁੰਨ ਹੋ ਗਿਆ ਜਾਂ ਜੀਭ ਗੱਲ ਕਰਦੇ ਪਲਟਣ ਲੱਗ ਜਾਂਦੀ ਹੈ, ਮਤਲਬ ਇਹ ਲੱਛਣ ਨੇ ਤੇ ਇਹਦਾ ਇਲਾਜ ਕਰਨਾ? ਯੈਸ, ਇਹ ਲੱਛਣ ਨੇ, ਬਿਲਕੁਲ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ, ਜਾ ਕੇ ਡਾਕਟਰ ਨੂੰ ਮਿਲਣਾ ਬਹੁਤ ਜ਼ਰੂਰੀ ਹੈ ਬਸ। ਠੀਕ ਹੈ, ਚਲੋ ਇਹ ਲੱਛਣ ਕਈ ਵਾਰ ਸਾਨੂੰ ਨਹੀਂ ਪਤਾ ਲੱਗਦਾ, ਜਿਵੇਂ ਤੁਸੀਂ ਦੱਸਿਆ ਕਿ ਪੇਨ ਪੂਨ ਨਹੀਂ ਹੁੰਦੀ, ਪਤਾ ਨਹੀਂ ਲੱਗਦਾ ਇਹਦੇ ਵਿੱਚ ਕਿ ਵੀ ਕਿਵੇਂ ਸਟ੍ਰੋਕ ਜਾਂਦਾ। ਪਰ ਫਿਰ ਜੇ ਹੋ ਜਵੇ, ਜੇ ਬੰਦੇ ਨੂੰ ਹੋ ਗਿਆ, ਉਹਦਾ ਹੱਥ ਪੈਰ ਮੁੜ ਕੇ ਜਾਂ ਕੋਈ ਹੋਰ ਹੋ ਗਿਆ, ਦੌਰਾ ਪੈ ਗਿਆ, ਕੀ ਹੋ ਗਿਆ, ਫਿਰ ਉਸ ਤੋਂ ਬਾਅਦ ਤੁਰੰਤ SOS ਕੀ ਕਰਨਾ ਚਾਹੀਦਾ? ਤੁਰੰਤ ਇਹੋ ਜਿਹੇ ਬੰਦੇ ਨੂੰ, ਇੱਕ ਤਾਂ ਦੇਖੋ, ਤੁਸੀਂ ਜੇ ਕਿਸੇ ਨੂੰ ਹੋ ਗਿਆ ਪੈਰਾਲਿਸਿਸ ਤਾਂ ਉਹਨੂੰ ਲਿਟਾ ਦਿਓ, ਉਹਨੂੰ ਖੜਾ ਨਾ ਰੱਖੋ, ਉਹਨੂੰ ਬਿਠਾਓ ਨਾ, ਉਹਨੂੰ ਲਿਟਾ ਦਿਓ, ਤੇ ਨੇੜਲੇ ਹਸਪੀਟਲ ਦੇ ਵਿੱਚ ਜਾਣਾ ਬਹੁਤ ਜ਼ਰੂਰੀ ਹੈ। ਘਰੇ ਆਪਾਂ ਕੀ ਕਰ ਸਕਦੇ, BP ਚੈੱਕ ਕਰ ਸਕਦੇ ਹਾਂ, ਬਟ ਇਹੋ ਜਿਹੇ ਕੇਸਿਸ ਦੇ ਵਿੱਚ BP ਦੀ ਦਵਾਈ ਦੇਣਾ ਵੀ ਉਚਿਤ ਨਹੀਂ ਹੈਗਾ।
ਕਿਉਂਕਿ ਜਦੋਂ ਸਟ੍ਰੋਕ ਹੁੰਦਾ ਹੈ ਉਸ ਟਾਈਮ ਸਟ੍ਰੋਕ ਹੋਣ ਦਾ ਬੀਪੀ ਵੱਧ ਜਾਂਦਾ ਹੈ ਬੰਦੇ ਦਾ, ਜਿਵੇਂ 180 ਹੋ ਜਾਏਗਾ, 200 ਹੋ ਜਾਏਗਾ। ਪਰ ਹਸਪੀਟਲ ਪਹੁੰਚਣ ਤੋਂ ਪਹਿਲਾਂ ਇਹੋ ਜਿਹੇ ਬੀਪੀ ਨੂੰ ਲੋ ਨਹੀਂ ਕਰਨਾ ਚਾਹੀਦਾ। ਜਦੋਂ ਨਾੜੀ ਬਲੌਕ ਹੁੰਦੀ ਹੈ ਉਸ ਟਾਈਮ ਸਾਨੂੰ ਪ੍ਰੈਸ਼ਰ ਵੈਸੇ ਵੀ ਜ਼ਿਆਦਾ ਚਾਹੀਦਾ ਹੁੰਦਾ ਹੈ। ਜੇ ਪ੍ਰੈਸ਼ਰ ਘਟਾ ਦਾਂਗੇ ਤਾਂ ਖੂਨ ਦੀ ਸਪਲਾਈ ਵੈਸੇ ਵੀ ਘਟ ਜਾਏਗੀ। ਇਹ ਬਾਡੀ ਦੇ ਆਟੋਮੈਟਿਕ ਮੈਕੈਨਿਜ਼ਮਸ ਹੁੰਦੇ, ਇਹਨਾਂ ਨਾਲ ਕੋਈ ਪੰਗਾ ਨਹੀਂ ਲੈਣਾ ਚਾਹੀਦਾ। ਉੱਤੇ ਉਹ ਮਤਲਬ ਇਹ ਇਹੋ ਜਿਹਾ ਕੰਪਲੈਕਸ ਟ੍ਰੀਟਮੈਂਟ ਹੈ ਜਿਹੜਾ ਡਾਕਟਰ ਵਾਸਤੇ ਤਾਂ ਸੌਖਾ ਹੈ ਪਰ ਆਮ ਬੰਦੇ ਨੂੰ ਸਮਝਾਉਣਾ ਔਖਾ ਹੈ। ਇਸ ਕਰਕੇ ਇਹੀ ਕਹਿੰਦੇ ਵੀ ਹਸਪੀਟਲ ਜਾਣਾ ਹੀ ਜ਼ਰੂਰੀ ਹੈ। ਉਹਦੇ ਵਿੱਚ ਕਾਰਨ ਕੀ ਹੈ ਕਿ 4.5 ਘੰਟੇ ਦੇ ਅੰਦਰ ਤਾਂ ਟੀਕਾ ਲੱਗ ਸਕਦਾ ਹੈ ਤੇ ਜਿਸ ਕਰਕੇ ਨਾੜਾਂ ਅਸੀਂ ਖੋਲ ਸਕਦੇ ਹਾਂ। ਸਿੰਪਲ ਇੰਜੈਕਸ਼ਨ ਹੁੰਦਾ ਵੀ ਨਾੜ ਥਰੂ ਦੇ ਕੇ ਉਹ ਨਸ ਖੁੱਲ ਜਾਂਦੀ ਹੈ, ਬੰਦੇ ਦਾ ਪੈਰਾਲਿਸਿਸ ਰਿਵਰਸ ਹੋ ਜਾਂਦਾ ਤੇ ਪਰ 4.5 ਘੰਟੇ ਤੋਂ ਬਾਅਦ ਟੀਕਾ ਅਸਰ ਨਹੀਂ ਕਰਦਾ। ਕਿਉਂ ਨਹੀਂ ਕਰਦਾ? ਕਿਉਂਕਿ ਉਸ ਟਾਈਮ ਤੱਕ ਨੁਕਸਾਨ ਬਹੁਤ ਹੋ ਚੁੱਕਿਆ ਹੁੰਦਾ, ਡੈਮੇਜ ਹੋ ਚੁੱਕਿਆ ਹੁੰਦਾ। ਉਸ ਤੋਂ ਬਾਅਦ ਜੇ ਆਪਾਂ ਟੀਕਾ ਦੇ ਵੀ ਦਿੰਦੇ ਤਾਂ ਵੀ ਨਹੀਂ ਕੰਮ ਕਰਦਾ। ਬਿਲਕੁਲ, ਬਹੁਤ ਬਖੂਬੀ ਤੁਸੀਂ ਇੱਕ ਗੱਲ ਕਹੀ ਹੈ ਕਿ ਹਸਪਤਾਲ ਲੈ ਕੇ ਜਾਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਮੇਰਾ ਸਵਾਲ ਇਹ ਆ ਕਿ ਜਾਂ ਹਸਪਤਾਲ ਲੈ ਕੇ ਜਾਣਾ ਤਾਂ ਕੋਈ ਸਪੈਸੀਫਿਕ ਪੋਜੀਸ਼ਨ ਹੋਣੀ ਚਾਹੀਦੀ ਹੈ ਮਰੀਜ਼ ਦੀ, ਵਿੱਚ ਜਿਵੇਂ ਕਿਹਾ ਵੀ ਜੇ ਹੋ ਜਵੇ ਤਾਂ ਰੰਗ ਲਟਾ ਦੇਣਾ ਚਾਹੀਦਾ, ਲੈ ਕੇ ਜਾਣ ਲੱਗੇ ਵੀ ਕੋਈ ਪੋਜੀਸ਼ਨ ਹੋਣੀ ਚਾਹੀਦੀ ਜਿਵੇਂ ਮਰਜ਼ੀ? ਕੋਈ ਪੋਜੀਸ਼ਨ ਦੀ ਲੋੜ ਨਹੀਂ ਹੈਗੀ ਹੈ। ਠੀਕ ਹੈ, ਬੰਦੇ ਨੂੰ ਜਿਸ ਤਰ੍ਹਾਂ ਵੀ ਤੁਸੀਂ ਕੰਫਰਟੇਬਲ ਪੋਜੀਸ਼ਨ ਲਿਜਾ ਸਕਦੇ ਹੋ, ਉਹਦੀ ਪੋਜੀਸ਼ਨ ਤੇ ਕੋਈ ਚੱਕਰ ਨਹੀਂ ਹੈ। ਤੁਸੀਂ ਹਸਪੀਟਲ ਲੈ ਕੇ ਜਾਓ, ਬਾਕੀ ਕੰਮ ਉੱਥੇ ਫਿਰ ਸੀਟੀ ਸਕੈਨ ਹੋਣ ਤੋਂ ਬਾਅਦ ਫਿਰ ਦਵਾਈਆਂ ਸਟਾਰਟ ਹੋ ਜਾਂਦੀਆਂ। ਹੁਣ ਵੱਡਾ ਸਵਾਲ ਇਹ ਹੈਗਾ ਵੀ ਕਿਹੜੇ ਹਸਪੀਟਲ ਲੈ ਜਾਇਆ ਜਾਵੇ। ਕਈ ਵਾਰ ਦੇਖੋ, ਜੇ ਤਾਂ ਮੈਨੂੰ ਹਾਰਟ ਦਾ ਸਾਨੂੰ ਸਭ ਨੂੰ ਪਤਾ ਵੀ ਹਾਰਟ ਅਟੈਕ ਹੋਇਆ ਤਾਂ ਹਰ ਬੰਦੇ ਨੂੰ ਇਹ ਪਤਾ ਹੁੰਦਾ ਵੀ ਯਾਰ ਆਹ ਹਸਪਤਾਲ ਲੈ ਜਾਓ, ਆਹ ਹਾਰਟ ਦਾ ਐਕਸਪਰਟ ਬੰਦਾ ਆ। ਜਾਂ ਅਗਲੇ ਨੂੰ ਕੋਈ ਹੋਰ ਡੈਮੇਜ ਹੁੰਦਾ ਜਾਂ ਮਤਲਬ ਕੋਈ ਆਪਰੇਸ਼ਨ ਦੀ ਲੋੜ ਆ ਤਾਂ ਪਹਿਲਾਂ ਕਹਿੰਦਾ ਆਪਰੇਸ਼ਨ ਵਾਲੇ ਕੋਲ ਲੈ ਜਾਓ। ਬਹੁਤ ਕੀ ਮੈਨੂੰ ਲੱਗਦਾ 90% ਲੋਕਾਂ ਨੂੰ ਇਹ ਨਹੀਂ ਪਤਾ ਹੋਊਗਾ ਵੀ ਅਧਰੰਗ ਦੇ ਟਾਈਮ ਕਿਹੜੇ ਡਾਕਟਰ ਦੀ ਲੋੜ ਪੈਂਦੀ ਹੈ ਤੇ ਕਿੱਥੇ ਲੈ ਕੇ ਜਾਣਾ। ਜੀ, ਅਧਰੰਗ ਦੇ ਟਾਈਮ ਦੀ ਸਟ੍ਰੋਕ ਰੈਡੀ ਹਸਪੀਟਲ ਹੁੰਦੇ ਆ। ਉਹ ਇਹ ਟਰਮੀਨੋਲੋਜੀ ਬਹੁਤ ਜ਼ਰੂਰੀ ਹੈ। ਸਟ੍ਰੋਕ ਰੈਡੀ ਹਸਪੀਟਲ, ਸਟ੍ਰੋਕ ਰੈਡੀ ਹਸਪੀਟਲ ਇਹੋ ਜਿਹੇ ਹਸਪੀਟਲ ਹੁੰਦੇ ਜਿੱਥੇ ਸਟ੍ਰੋਕ ਦਾ ਪੂਰਾ ਪ੍ਰੋਟੋਕਾਲ, ਐਮਰਜੈਂਸੀ ਜਦੋਂ ਪੇਸ਼ੈਂਟ ਐਂਟਰ ਕਰਦਾ ਹੈ ਉਸੇ ਟਾਈਮ ਸਟ੍ਰੋਕ ਟੀਮ ਨੂੰ ਅਲਰਟ ਕਰ ਦਿੰਦੇ ਨੇ ਤੇ ਸਾਰਾ ਕੰਮ ਵਿਦਿਨ ਹਾਫ ਐਨ ਆਵਰ ਟੂ 40 ਮਿੰਟਸ ਹੋ ਜਾਂਦਾ। ਇਹ ਜਿਹੜੀ ਸਪੀਡ ਹੈਗੀ ਹੈ ਇਹ ਸਿਰਫ ਉੱਥੇ ਹੀ ਹੋ ਸਕਦੀ ਜਿੱਥੇ ਸਟ੍ਰੋਕ ਪ੍ਰੋਟੋਕਾਲ ਪਹਿਲਾਂ ਤੋਂ ਬਣੇ ਹੋਏ ਨੇ। ਆਮ ਬੰਦੇ ਨੂੰ ਵੀ ਕਿਵੇਂ ਪਤਾ ਲੱਗੇਗਾ ਵੀ ਕਿਹੜਾ ਸਟ੍ਰੋਕ ਰੈਡੀ ਹਸਪੀਟਲ ਹੈ? ਉਹਨੂੰ ਬਸ ਇਹੀ ਦੇਖਣਾ ਹੈ ਵੀ ਜਿਹੜੇ ਮਿਨੀਮਮ ਤੋਂ ਮਿਨੀਮਮ ਜੇ ਹੈ ਉੱਥੇ ਸੀਟੀ ਸਕੈਨ ਹੋਣਾ ਬਹੁਤ ਜ਼ਰੂਰੀ ਹੈ। ਅਕਸਰ ਕਈ ਲੋਕ ਇਹ ਵੀ ਗਲਤੀ ਕਰਦੇ ਨੇ, ਜਿਵੇਂ ਪਾਸਾ ਰੁਕ ਗਿਆ ਜਾਂ ਪਾਸਾ ਖੜ ਗਿਆ ਤੇ ਫਿਰ ਉਹ ਲੈ ਜਾਂਦੇ ਵੀ ਨਾਰਮਲ ਡਾਕਟਰ ਕੋਲ ਲੈ ਜਾਂਦੇ ਨੇ। ਘਰੇ ਬੀਪੀ ਚੈੱਕ ਕੀਤਾ, ਬੀਪੀ ਬੰਦੇ ਦਾ 150 200 ਮਿਲਿਆ ਤੇ ਉਹ ਨਾਰਮਲ ਬੰਦੇ ਕੋਲ ਲੈ ਜਾਂਦੇ, ਬੀਪੀ ਦੀ ਗੋਲੀ ਦੇਤੀ, ਉਹਦੇ ਕੋਲ ਬਿਠਾਤਾ। ਇਹ ਸਭ ਤੋਂ ਵੱਡੀ ਗਲਤੀ ਹੁੰਦੀ ਹੈ। ਇੱਥੇ ਸਾਰਾ ਮੈਕਸਿਮਮ ਟਾਈਮ ਵੇਸਟ ਹੁੰਦਾ ਵੀ ਡਾਕਟਰ ਕੋਲ ਗਏ, ਉੱਥੇ ਵੀ ਅੱਧਾ ਘੰਟਾ ਵੇਟ ਕਰਨਾ ਪੈ ਗਿਆ, ਦਵਾਈ ਲਏ, ਕੈਮਿਸਟ ਤੋਂ ਦਵਾਈ ਲਿੱਤੀ, ਦਵਾਈ ਖਾਧੀ, ਇੰਨੇ 'ਚ 4-5 ਘੰਟੇ ਦਾ ਟਾਈਮ ਖਰਾਬ ਹੋ ਜਾਂਦਾ ਹੈ। ਤਾਂ ਇਹੋ ਜਿਹੇ ਹਸਪੀਟਲ ਜਿੱਥੇ ਸੀਟੀ ਸਕੈਨ ਦੇ ਨਾਲ ਨਿਊਰੋ ਦੀ ਫੈਸਿਲਿਟੀ ਹੋਵੇ ਉੱਥੇ ਜਾਣਾ ਬਹੁਤ ਜ਼ਰੂਰੀ ਹੈ ਤਾਂ ਕਿ ਹੋਰ ਜਗ੍ਹਾ ਚੱਕਰ ਕੱਟਣ ਨਾਲ ਟਾਈਮ ਨਾ ਵੇਸਟ। ਐਗਜ਼ੈਕਟਲੀ, ਟਾਈਮ ਹੀ ਬਚਾਉਣਾ ਹੈ। ਵਰਲਡ ਸਟ੍ਰੋਕ ਆਰਗੇਨਾਈਜੇਸ਼ਨ ਇੱਕ ਇਹੋ ਜਿਹੀ ਸੰਸਥਾ ਹੈਗੀ ਹੈ ਜਿਹੜੀ ਸਾਰੇ ਸਮਾਜ ਦੇ ਵਿੱਚ ਜਾਗਰੂਕਤਾ ਫੈਲਾਉਣ ਵਾਸਤੇ ਹਰ ਸਾਲ 29 ਅਕਤੂਬਰ ਨੂੰ ਇਹ ਦਿਨ ਮਨਾਇਆ ਜਾਂਦਾ ਹੈ ਕਿ ਸਮਾਜ ਦੇ ਵਿੱਚ ਜਾਗਰੂਕਤਾ ਫੈਲਾਈ ਜਾਵੇ ਕਿ ਲੋਕਾਂ ਨੂੰ ਸਟ੍ਰੋਕ ਦੇ ਬਾਰੇ ਪਤਾ ਲੱਗੇ। ਉਹਨਾਂ ਦਾ ਉਦੇਸ਼ ਹੈਗਾ ਮਿੰਟਸ ਸੇਵ ਲਾਈਵਸ। ਜਿਵੇਂ ਪਹਿਲੇ ਜਿਹੜੇ ਮਿੰਟ ਹੁੰਦੇ ਆ ਉਹੀ ਸਭ ਤੋਂ ਇੰਪੋਰਟੈਂਟ ਹੁੰਦੇ ਆ। ਉਹਨਾਂ ਵਿੱਚ ਜੇ ਆਪਾਂ ਇਹ ਜ਼ਰੂਰੀ ਗੱਲਾਂ ਧਿਆਨ ਰੱਖੀਏ ਤਾਂ ਜ਼ਿੰਦਗੀਆਂ ਬਚਾ ਸਕਦੇ ਆਪਾਂ। ਜਦ ਘਰੇ ਹੋ ਜਾਂਦਾ ਬੰਦੇ ਨੂੰ ਸਟ੍ਰੋਕ, ਕਈ ਵਾਰ ਅਸੀਂ ਦੇਖਿਆ ਕਿ ਜਿਹੜੇ ਪੁਰਾਣੇ ਬਜ਼ੁਰਗ ਹੁੰਦੇ ਨੇ ਜਾਂ ਲੋਕ ਹੁੰਦੇ ਤੇ ਇਸੇ ਤਰੀਕੇ ਹੱਥ ਪੈਰ ਮਲਣ ਲੱਗ ਜਾਂਦੇ ਨੇ ਵੀ ਕੋਈ ਨਹੀਂ, ਹੱਥ ਪੈਰ ਮਲਣ ਤੇ ਹੋ ਜੂ, ਹਾਰਟ ਨੂੰ ਪ੍ਰੈਸ ਕਰਨ ਦੀ ਕੋਸ਼ਿਸ਼ ਕਰਦੇ ਨੇ। ਤੇ ਇਸ ਤਰੀਕੇ ਨਾਲ ਲੱਗਦਾ ਕਿ ਇਸ ਤਰੀਕੇ ਨਾਲ ਕੋਈ ਅਸਰ ਹੁੰਦਾ ਹੈ ਜਾਂ ਥੋੜਾ ਬਹੁਤਾ? ਦੇਖੋ ਜੀ, ਇਹ ਹੱਥ ਪੈਰ ਮਲਣਾ ਇਹ ਤਾਂ ਪੈਨਿਕ ਸਿੰਪਟਮ ਹੈਗਾ। ਜਿਵੇਂ ਕੋਈ ਵੀ ਦਿਖੇ, ਜੇ ਕਿਸੇ ਬੰਦੇ ਨੂੰ ਕੁਝ ਨਹੀਂ ਪਤਾ ਹੈਗਾ ਵੀ ਮੈਂ ਕੀ ਕਰਨਾ ਹੈ ਤੇ ਉਹ ਬੰਦੇ ਨੂੰ ਜੇ ਕੁਝ ਨਹੀਂ ਪਤਾ ਹੁੰਦਾ ਤਾਂ ਸਿੰਪਲ ਬੰਦਾ ਹੱਥ ਪੈਰ ਹੀ ਮਲੇਗਾ। ਬਟ ਇਹ ਸਾਇੰਟੀਫਿਕ ਇਲਾਜ ਨਹੀਂ ਹੈਗਾ। ਇਹਦੇ ਨਾਲ ਕੋਈ ਜਿਹੜਾ ਕਲੌਟ ਹੈਗਾ ਉਹ ਤਾਂ ਦਿਮਾਗ ਦੇ ਅੰਦਰ ਹੈ, ਉਹਨੂੰ ਹੱਥ ਪੈਰ ਮਲਣ ਨਾਲ ਕੋਈ ਫਰਕ ਨਹੀਂ ਪੈਣਾ। ਜਿਹੜੀ ਨਾੜ ਜਿਹੜੀ ਬਲੌਕ ਹੈਗੀ ਉਹ ਤਾਂ ਸਿਰ ਦੇ ਅੰਦਰ ਬਲੌਕ ਹੋਈ ਹੈ। ਜੇ ਇੱਥੇ ਆਪਾਂ ਹੱਥ ਪੈਰ ਮਲਦੇ ਵੀ ਹੈਗੇ ਤਾਂ ਉਹਦੇ ਨਾਲ ਕੋਈ ਫਰਕ ਨਹੀਂ ਪੈਣਾ ਉਹਨੂੰ। ਹੋਰ ਇਲਾਜ ਕਰ ਲੈਂਦੇ ਨੇ, ਕਈ ਵਾਰ ਅਸੀਂ ਦੇਖਿਆ ਕਰੇ ਅਫੀਮ ਰੱਖਣ ਲੱਗ ਜਾਂਦੇ ਨੇ ਲੋਕ ਵੀ ਅਫੀਮ ਖਾ ਲਓ ਤੇ ਉਹ ਖੂਨ ਜਿਹੜਾ ਹੈ ਉਹ ਪਤਲਾ ਹੋ ਜਾਵੇਗਾ। ਵੀ ਕਈਆਂ ਦਾ ਇਹ ਮੰਨਣਾ ਹੁੰਦਾ ਨਾ ਵੀ ਗਾੜਾ ਖੂਨ ਹੋਣ ਕਰਕੇ ਭਾਈ ਤੈਨੂੰ ਅਧਰੰਗ ਹੋ ਗਿਆ, ਤੇਰੇ ਗਾੜਾ ਖੂਨ ਸੀ, ਪਰ ਅਫੀਮ ਖਾ ਲਓ ਪਤਲਾ ਹੋ ਜੂ ਤਾਂ ਸਹੀ ਹੋ ਜਾਊ। ਬਿਲਕੁਲ ਜੀ, ਲੋਕੀ ਇਹੀ ਕਹਿੰਦੇ ਨੇ ਵੀ ਦੇਖੋ ਵੀ ਮੈਡੀਕਲ ਸਾਇੰਸ ਤਾਂ ਨਹੀਂ ਮੰਨਦੀ ਪਰ ਫਲਾਣੇ ਦਾ ਠੀਕ ਹੋ ਗਿਆ, ਉਹ ਠੀਕ ਹੋ ਗਿਆ, ਉਹ ਠੀਕ ਹੋ ਗਿਆ। ਇਹ ਸਾਰੇ ਜਿਹੜੇ ਹੁੰਦੇ ਜਿਹੜੇ ਮੈਕਸਿਮਮ ਮਿਨੀ ਸਟ੍ਰੋਕ ਹੁੰਦੇ ਨੇ, ਇਹਨਾਂ ਨੇ 5 ਤੋਂ 15 ਮਿੰਟ ਦੇ ਅੰਦਰ ਤਾਂ ਵੈਸੇ ਹੀ ਨਾਰਮਲ ਹੋ ਜਾਣਾ ਸੀ। ਵੀ ਛੋਟਾ ਕਲੌਟ ਹੈਗਾ ਉਹ ਆਪਣੇ ਆਪ ਡਿਜ਼ੋਲਵ ਹੋਣਾ ਹੈ, ਸਰੀਰ ਆਪਣੇ ਆਪ ਡਿਜ਼ੋਲਵ ਕਰ ਲੈਂਦਾ। ਜਿਹੜੀ ਮੈਡੀਕਲ ਸਾਇੰਸ ਹੈ ਉਹਨੇ ਬਹੁਤ ਤਰੱਕੀ ਕਰ ਲਈ ਹੈ। ਹਰ ਤਰ੍ਹਾਂ ਦੀ ਚੀਜ਼ ਦੇ ਕੈਮੀਕਲ ਉਹਨਾਂ ਨੇ ਲਾਸਟ ਡਾਈਸੈਕਟ ਕਰਕੇ ਉਹਦੀ ਅਲੱਗ-ਅਲੱਗ ਦਵਾਈਆਂ ਬਣਾ ਲਈ ਹੈ। ਤੇ ਅਫੀਮ ਦੇ ਵਿੱਚ ਇਹੋ ਜਿਹਾ ਕੋਈ ਪਾਰਟੀਕਲ ਨਹੀਂ ਮਿਲਿਆ ਹੈਗਾ ਜਿਹਦੇ ਕਰਕੇ ਬਲੱਡ ਥਿਨ ਹੋ ਸਕੇ। ਪਰ ਅਫੀਮ ਨਾਲ ਹੁੰਦਾ ਕੀ ਹੈ, ਅਫੀਮ ਨਾਲ ਬੇਚੈਨੀ ਘੱਟ ਹੋ ਜਾਂਦੀ ਹੈ। ਜਦੋਂ ਤੁਸੀਂ ਅਫੀਮ ਦਿੰਦੇ ਹੋ ਬੰਦੇ ਨੂੰ ਉਹਦਾ ਨਸ਼ਾ ਹੋ ਜਾਂਦਾ ਹੈ ਤੇ ਉਹ ਰਿਲੈਕਸ ਹੋ ਜਾਂਦਾ ਹੈ।
ਉਹ ਰਿਲੈਕਸ ਹੋਣ ਨੂੰ ਸਮਝਦੇ ਨੇ ਵੀ ਹਾਂ ਇਹ ਹੁਣ ਥੋੜਾ ਬੈਟਰ ਹੈ। ਬਟ ਅਫੀਮ ਹੋਣ ਨਾਲ ਕੋਈ ਫਰਕ ਨਹੀਂ ਪੈਂਦਾ। ਸਾਡੇ ਕੋਲ ਬਹੁਤ ਕੇਸਿਸ ਆਉਂਦੇ ਨੇ ਜਿਨ੍ਹਾਂ ਨੇ ਘਰੇ ਪਹਿਲਾਂ ਅਫੀਮ ਲਿੱਤੀ ਜਾਂ ਕੁਝ ਹੋਰ ਲਿੱਤਾ, ਉਸ ਤੋਂ ਬਾਅਦ ਕਹਿੰਦੇ ਵੀ ਫਰਕ ਨਹੀਂ ਪਿਆ ਤਾਂ ਵੀ ਹਸਪੀਟਲ ਲੈ ਕੇ ਆਏ। ਅਟੈਕ ਹੋ ਗਿਆ ਬੰਦੇ ਨੂੰ, ਕਲਾਊਡ ਬਣ ਗਿਆ ਹੈ, ਤੁਸੀਂ ਕਿਹਾ ਵੀ 4 ਘੰਟੇ ਟੀਕਾ ਲੱਗੇਗਾ, ਉਹ ਟੀਕਾ ਮਤਲਬ ਜੋ ਡਾਕਟਰਾਂ ਨੇ ਤਿਆਰ ਕੀਤਾ ਹੋਇਆ ਜਿਹੜਾ ਕਲਾਊਡ ਖੋਲ ਦਿੰਦਾ ਆ, ਉੱਤੇ ਤਾਂ ਸਮਾਂ ਲੰਘ ਗਿਆ, ਟੀਕਾ ਅਸਰ ਬੇਅਸਰ ਹੋ ਗਿਆ, ਫਿਰ ਕੀ ਸਟੈਪ ਹੁੰਦਾ ਹੈ? ਹਾਂ, ਜੇ ਕਈ ਵਾਰ ਅਸੀਂ ਟੀਕਾ ਨਹੀਂ ਵੀ ਲਾਉਂਦੇ, ਜਦੋਂ ਪੇਸ਼ੈਂਟ ਆਂਦਾ ਹੈਗਾ ਤੇ ਉਸ ਟਾਈਮ ਅਸੀਂ ਪਹਿਲਾਂ ਸੀਟੀ ਸਕੈਨ MRI ਜਿਹੜੇ ਟੈਸਟ ਹੁੰਦੇ ਆ, ਐਂਜੀਓਗ੍ਰਾਫਿਕ ਟੈਸਟ ਹੁੰਦਾ ਹੈ, ਉਹ ਸੀਟੀ ਸਕੈਨ ਦੀ ਮਸ਼ੀਨ 'ਚ ਹੀ ਹੋ ਜਾਂਦਾ ਹੈ। ਸਾਰਾ ਟੈਸਟ 10 ਤੋਂ 15 ਮਿੰਟਾਂ ਦੇ ਅੰਦਰ ਅੰਦਰ ਕੰਪਲੀਟ ਹੋ ਜਾਂਦੇ ਨੇ। ਇਹ ਟੈਸਟ ਦੇਖ ਕੇ ਅਸੀਂ ਪਹਿਲਾਂ ਡਿਸਾਈਡ ਕਰਦੇ ਵੀ ਕਲੌਟ ਦਾ ਸਾਈਜ਼ ਕਿੰਨਾ ਕੁ ਹੈ। ਜੇ ਤਾਂ ਕਲੌਟ ਦਾ ਸਾਈਜ਼ ਬਹੁਤ ਵੱਡਾ ਹੈਗਾ ਫਿਰ ਤਾਂ ਉਹ ਟੀਕੇ ਨਾਲ ਵੀ ਡਿਜ਼ੋਲਵ ਨਹੀਂ ਹੁੰਦਾ। ਉਹਦੀ ਇੱਕ ਵੱਖਰੀ ਟੈਕਨੀਕ ਹੁੰਦੀ ਹੈ, ਉਹਨੂੰ ਅਸੀਂ ਮਕੈਨੀਕਲ ਥ੍ਰੋਮਬੈਕਟਮੀ ਕਹਿੰਦੇ ਆ। ਯਾਨੀ ਮਕੈਨੀਕਲ ਤਾਰ ਪਾ ਕੇ ਅੰਦਰ ਜਾ ਕੇ ਤੇ ਉਹ ਕਲੌਟ ਨੂੰ ਅਸੀਂ ਕੱਢ ਕੇ ਬਾਹਰ ਲੈ ਆਉਂਦੇ ਹਾਂ। ਫਿਰ ਉਸ ਰਾਹੀਂ ਉਹ ਜਿਹੜੀ ਨਾਲ ਜਿਹੜੀ ਹੋ ਖੋਲੀ ਜਾਂਦੀ ਹੈ। ਉਹ ਟੈਕਨੀਕ ਹੈਗੀ ਹੈ ਤੇ ਮਤਲਬ ਇੱਕ ਤੁਰੰਤ ਕੋਈ ਸਰਜਰੀ ਕਹਿ ਲਓ, ਬਟ ਸਰਜਰੀ ਤਾਂ ਨਹੀਂ ਕਹਿ ਸਕਦੇ। ਉਹ ਤਾਰ ਪਾਣੀ ਹੁੰਦੀ, ਤਾਰ ਨੂੰ ਜਾ ਕੇ ਦਿਮਾਗ ਦੇ ਵਿੱਚ ਜਿੱਥੇ ਕਲੌਟ ਹੈਗਾ ਉਹਨੂੰ ਕੱਢ ਕੇ ਬਾਹਰ ਲਿਆਂਦੇ, ਉਹਦੇ ਫਿਰ ਨਾੜੀ ਦਾ ਜਿਹੜਾ ਫਲੋ ਹੈ ਨਾਰਮਲ ਹੋ ਜਾਂਦਾ। ਕਵਰ ਹੋ ਜਾਂਦੀ ਹੈ ਜਿਵੇਂ ਕੋਈ ਪਾਸਾ। ਕਈ ਵਾਰੀ ਤਾਂ ਇੰਨਾ ਡਰਾਮੈਟਿਕ ਰਿਕਵਰੀ ਹੁੰਦਾ ਵੀ ਜਦੋਂ ਟੇਬਲ ਤੇ ਪੇਸ਼ੈਂਟ ਹੁੰਦਾ, ਆਪਾਂ ਤਾਰ ਨਾਲ ਕਲੌਟ ਕੱਢ ਰਹੇ ਹੁੰਦੇ ਆ, ਕੱਢਦੇ ਕੱਢਦੇ ਨਾਲ ਦੇ ਸਾਥ ਬੰਦਾ ਬੋਲਣ ਲੱਗ ਜਾਂਦਾ, ਉਹਦੇ ਹੱਥ ਪੈਰ ਚੱਲਣ ਲੱਗ ਜਾਂਦਾ। ਉਹ ਦਿਮਾਗ ਦੀ ਅਕਸਰ ਆਮ ਲੋਕ ਭਾਸ਼ਾ 'ਚ ਗੱਲ ਕਰਦੇ ਨੇ ਵੀ ਦੋ ਪਾਸੇ, ਇੱਕ ਸੱਜੇ ਜਾਂ ਖੱਬੇ ਹੁੰਦਾ ਆ, ਇਹਦੇ ਵਿੱਚ ਵੀ ਕੋਈ ਅਸਰ ਹੁੰਦਾ ਵੀ ਕਿਹੜੀ ਸਾਈਡ ਦਾ ਜਿਹੜਾ ਜ਼ਿਆਦਾ ਪ੍ਰਭਾਵ ਪਾਉਂਦਾ ਦੰਗ? ਦੇਖੀਏ, ਮੈਜੋਰਿਟੀ ਜਿਹੜੀ ਦੁਨੀਆ ਦੇ ਵਿੱਚ ਲੋਕੀ ਨੇ ਸਾਰੇ ਜਿਹੜੇ ਮੈਜੋਰਿਟੀ ਹੈਗੀ ਰਾਈਟ ਹੈਂਡਡ ਲੋਕਾਂ ਦੀ, ਲੈਫਟ ਹੈਂਡਡ ਬਹੁਤ ਘੱਟ ਹੁੰਦੇ ਨੇ। ਰਾਈਟ ਹੈਂਡਡ ਲੋਕਾਂ ਵਾਸਤੇ ਲੈਫਟ ਬ੍ਰੇਨ ਜ਼ਿਆਦਾ ਇੰਪੋਰਟੈਂਟ ਹੁੰਦਾ। ਸਾਡੀ ਆਵਾਜ਼, ਜ਼ਬਾਨ, ਯਾਦਾਸ਼ਤ ਤੇ ਇਹ ਦੋਨੋਂ ਚੀਜ਼ਾਂ ਸਾਡੀ ਲੈਫਟ ਸਾਈਡ ਹੁੰਦੀ ਹੈ। ਜਿਹੜੇ ਰਾਈਟ ਹੈਂਡਡ ਬੰਦੇ ਹੁੰਦੇ ਉਹਨਾਂ ਵਾਸਤੇ, ਜਿਹੜਾ ਲੈਫਟ ਹੈਂਡਡ ਬੰਦਾ ਹੁੰਦਾ ਉਹਦਾ ਇਹੀ ਚੀਜ਼ ਜਿਹੜੀ ਹੈਗੀ ਰਾਈਟ ਸਾਈਡ ਤੇ ਹੁੰਦੀ ਹੈ, ਆਪੋਜ਼ਿਟ ਸਾਈਡ ਹੁੰਦੀ ਹੈ। ਤੇ ਇਹਨੂੰ ਅਸੀਂ ਡੋਮੀਨੈਂਟ ਜਾਂ ਨਾਨ ਡੋਮੀਨੈਂਟ ਕਹਿੰਦੇ ਨੇ। ਡੋਮੀਨੈਂਟ ਮਾਨੇ ਕਿ ਮੇਜਰ ਬ੍ਰੇਨ, ਨਾਨ ਡੋਮੀਨੈਂਟ ਯਾਨੀ ਕਿ ਮਾਈਨਰ ਬ੍ਰੇਨ। ਵੈਸੇ ਦੇਖਣ ਨੂੰ ਦੋਵੇਂ ਇੱਕੋ ਜਿਹੇ ਲੱਗਦੇ ਨੇ ਬਟ ਫੰਕਸ਼ਨ ਦੋਨਾਂ ਦਾ ਡਿਫਰੈਂਟ ਹੁੰਦਾ ਹੈ। ਤੇ ਜੇ ਮੇਜਰ ਬ੍ਰੇਨ ਦੇ ਵਿੱਚ ਕਲੌਟ ਹੋਇਆ ਡੈਫੀਨਿਟਲੀ ਉਹਦਾ ਨੁਕਸਾਨ ਜ਼ਿਆਦਾ ਹੋਏਗਾ। ਡਾਕਟਰ ਸਾਹਿਬ, ਬ੍ਰੇਨ ਹੈਮਰੇਜ ਹੁੰਦੀ ਹੈ, ਉਹ ਵੀ ਇਹਦਾ ਹੀ ਇੱਕ ਪਾਰਟ ਹੈਗਾ ਆ ਹੋਣਾ ਜਾਂ ਕੁਝ ਹੋਰ ਲੱਗਦਾ? ਇਹਦਾ ਹੀ ਪਾਰਟ ਹੈਗਾ ਜੀ। ਬ੍ਰੇਨ ਸਟ੍ਰੋਕ ਜਿਹੜੇ ਹੁੰਦੇ ਆ ਉਹ ਜਿਵੇਂ ਕਰੀਬਨ 80-85% ਜਿਹੜੇ ਹੁੰਦੇ ਆ ਇਹ ਹੁੰਦੇ ਕਲੌਟ, ਯਾਨੀ ਕਿ ਖੂਨ ਦਾ ਥੱਕਾ ਜੰਮਣ ਤੇ, ਵੀ ਖੂਨ ਜੰਮ ਜਾਂਦਾ ਅੰਦਰ ਨਾੜੀਆਂ ਦੇ। ਪਰ 15 ਤੋਂ 20% ਕੇਸ ਇਹੋ ਜਿਹੇ ਹੁੰਦੇ ਜਿਹੜੇ ਬਲੀਡਿੰਗ ਕਰਕੇ ਹੁੰਦੇ ਨੇ, ਜਿਹਨੂੰ ਆਪਾਂ ਬ੍ਰੇਨ ਹੈਮਰੇਜ ਕਹਿੰਦੇ ਨੇ। ਉਹ ਨਾੜੀ ਫਟ ਜਾਂਦੀ ਹੈ। ਇੱਥੇ ਹੀ ਸਭ ਤੋਂ ਜ਼ਰੂਰੀ ਹੈ ਵੀ ਆਪਾਂ ਪਹਿਲਾਂ ਟ੍ਰੀਟਮੈਂਟ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਸੀਟੀ ਸਕੈਨ ਕਰੀਏ, ਕਿਉਂਕਿ ਲੱਛਣਾਂ ਤੋਂ ਇਹ ਦੱਸਣਾ ਕਿ ਬੰਦੇ ਨੂੰ ਵੀ ਕਲੌਟ ਹੈਗਾ ਜਾਂ ਹੈਮਰੇਜ ਹੈਗੀ ਹੈ ਇਹ ਔਖਾ ਹੁੰਦਾ। ਇਹ ਸੀਟੀ ਸਕੈਨ ਕਰਕੇ ਕਲੀਅਰ ਹੋ ਜਾਂਦਾ ਹੈ ਕਿ ਵੀ ਆਪਾਂ ਕੀ ਇਲਾਜ ਬੰਦੇ ਦਾ ਕਰਨਾ ਹੈ। ਕਲਾਊਡ ਦਾ ਤਾਂ ਤੁਹਾਡੇ ਕੋਲ ਸਮਾਂ ਹੁੰਦਾ, ਤੁਸੀਂ ਦੱਸਿਆ ਕਿ ਅਸੀਂ ਕੱਢ ਸਕਦੇ ਆ, ਖਿੱਚ ਕੇ ਕਲਾਊਡ ਪਾਰ ਕਰਦੇ ਆ, ਪਰ ਜਦ ਨਾੜੀ ਫਟ ਜਾਂਦੀ ਆ ਫਿਰ ਉਹਦੀ ਰਿਕਵਰੀ ਦੇ ਚਾਂਸ ਕੁਝ ਹੁੰਦੇ ਆ ਜਾਂ ਫਿਰ? ਬਿਲਕੁਲ ਹੁੰਦੇ ਆ ਜੀ। ਨਾੜੀ ਫਟ ਜਾਂਦੀ ਹੈ, ਸਭ ਤੋਂ ਪਹਿਲਾਂ ਤਾਂ ਇਹੀ ਹੁੰਦਾ ਵੀ ਨਾੜੀ ਜਿਹੜੇ ਦਿਮਾਗ ਦੇ ਹਿੱਸੇ 'ਚ ਫਟੀ ਹੈ ਉਹਨੂੰ ਪਹਿਲਾਂ ਤਾਂ ਬਲੀਡਿੰਗ ਨੂੰ ਕੰਟਰੋਲ ਕੀਤਾ ਜਾਵੇ। ਉਹ ਦਵਾਈਆਂ ਰਾਹੀਂ ਅਸੀਂ ਕੰਟਰੋਲ ਕਰਦੇ ਨੇ, ਠੀਕ ਹੈ। ਜੇ ਕਲੌਟ ਦਾ ਸਾਈਜ਼ ਜੋ ਜਿਹੜੀ ਹੈਮਰੇਜ ਦਾ ਸਾਈਜ਼ ਬਹੁਤ ਵੱਡਾ ਹੈਗਾ ਫਿਰ ਤਾਂ ਉਹਨੂੰ ਇਮੀਡੀਏਟ ਸਰਜਰੀ ਕਰਕੇ ਵੀ ਕੱਢ ਲੈਂਦੇ ਨੇ। ਅਦਰਵਾਈਜ਼ ਜਿਹੜੇ ਕਲੌਟ ਹੁੰਦੇ ਆ ਉਹਨੂੰ ਆਪਾਂ ਮੈਡੀਸਿਨ ਰਾਹੀਂ ਵੀ ਡਿਜ਼ੋਲਵ ਕਰ ਸਕਦੇ, ਠੀਕ ਹੈ। ਪਹਿਲਾਂ ਤਾਂ ਕੰਟਰੋਲ ਹੀ ਕਰਨਾ ਹੁੰਦਾ। ਸੋ ਅੱਜ ਵਰਲਡ ਜਿਹੜਾ ਆ ਸਟਾਕ ਡੇ ਤੁਸੀਂ ਮਨਾ ਰਹੇ ਹੋ, ਤੇ ਜਿੰਨੇ ਵਿਊਵਰ ਸਾਡੇ ਨੇ ਦੇਖ ਰਹੇ ਨੇ ਤੇ ਉਹਨਾਂ ਲਈ ਘਰਾਂ 'ਚ ਨੇ ਜਿਹੜੇ ਕਿ ਤੁਸੀਂ ਜਿਵੇਂ ਦੱਸਿਆ ਕਿ ਸਿਟਿੰਗ ਜ਼ਿਆਦਾ ਕਰਦੇ ਨੇ, ਕਸਰਤ ਨਹੀਂ ਕਰਦੇ ਜਾਂ ਫੂਡੀ ਨੇ ਜਾਂ ਆਇਲ ਫੂਡ ਵੱਲ ਜਾਂਦੇ ਨੇ, ਉਹਨਾਂ ਨੂੰ ਕੀ ਸੁਜੈਸਟ ਕਰਦੇ? ਹਾਂ ਦੇਖੋ ਜੀ, ਇਹ ਤਾਂ ਚੰਗੀ ਗੱਲ ਹੈ ਕਿ ਪਹਿਲਾਂ ਆਪਾਂ ਸਾਰੇ ਟ੍ਰੀਟਮੈਂਟ ਦੀ ਗੱਲ ਕਰ ਲਈ। ਹੁਣ ਸਭ ਤੋਂ ਜਿਹੜਾ ਟੇਕ ਹੋਮ ਮੈਸੇਜ ਹੁੰਦਾ ਵੀ ਘਰੇ ਆਪਾਂ ਮੇਨ ਗੱਲ ਕੀ ਧਿਆਨ ਰੱਖੀਏ। ਹੁਣ ਸਟ੍ਰੋਕ ਤਾਂ ਜੋ ਕਿਸੇ ਨੂੰ ਹੋਏਗਾ ਉਦੋਂ ਹੋਏਗਾ, ਬਟ ਆਪਾਂ ਰੋਜ਼ ਕੀ ਕਰ ਸਕਦੇ ਹਾਂ। ਮੇਨ ਤਾਂ ਇੰਟਰਵਿਊ ਦਾ ਇਹੀ ਮਕਸਦ ਹੈ। ਇੱਕ ਤਾਂ ਜੀ ਦੇਖੋ, ਫਾਸਟ ਫੂਡ ਅਵੋਇਡ ਕਰਨਾ ਚਾਹੀਦਾ ਹਰ ਹਾਲ 'ਚ, ਠੀਕ ਹੈ। ਦੂਜਾ, ਆਪਣੇ ਦਿਨ 'ਚ ਵਿੱਚ 2 ਟਾਈਮ ਘੱਟੋ ਘੱਟ ਫਰੂਟਸ ਲੈਣੇ ਬਹੁਤ ਜ਼ਰੂਰੀ ਨੇ। ਜੋ ਵੀ ਸੀਜ਼ਨਲ ਮੌਸਮੀ ਫਰੂਟਸ ਹੁੰਦੇ ਉਹ 2 ਟਾਈਮ ਲੈਣੇ ਬਹੁਤ ਜ਼ਰੂਰੀ ਨੇ। ਤੀਜਾ, ਸੈਰ 45 ਮਿੰਟ ਦੀ ਸੈਰ ਬਹੁਤ ਜ਼ਰੂਰੀ ਹੈ। ਜੇ ਇੱਕ ਟਾਈਮ ਤੁਹਾਨੂੰ ਟਾਈਮ ਨਹੀਂ ਲੱਗਦਾ, ਤੁਸੀਂ ਅੱਧਾ ਘੰਟਾ ਸਵੇਰੇ ਕਰੋ, ਅੱਧਾ ਘੰਟਾ ਸ਼ਾਮੀ ਕਰੋ। ਜੇ ਆਫਿਸ ਤੁਸੀਂ ਬੈਠੇ ਹੋ, ਤੁਹਾਨੂੰ ਜਦੋਂ ਵੀ ਮੌਕਾ ਮਿਲਦਾ ਹੈ ਕਿ ਬੰਦੇ ਨੂੰ ਤੁਸੀਂ ਫੋਨ ਕਰਕੇ ਕੰਮ ਦੱਸਣਾ ਹੈ, ਉਸ ਤੋਂ ਬਜਾਏ ਆਪਣੀ ਕੁਰਸੀ ਤੋਂ ਉੱਠ ਕੇ ਇੱਕ ਵਾਰੀ ਜਾ ਕੇ ਉਹਨੂੰ ਕੰਮ ਦੱਸ ਕੇ ਆ ਜਾਓ। ਜਦੋਂ ਵੀ ਮੌਕਾ ਮਿਲਦਾ ਹੈ ਉਹ 5 ਮਿੰਟ ਸੀੜੀਆਂ ਚੜ੍ਹਨ ਦੇ, ਉਤਰਨ ਦੇ, ਜਾਂ ਜਾ ਕੇ ਚੱਲ ਕੇ ਕੰਮ ਕਰਨ ਦੇ, ਉਹਦਾ ਆਲਸ ਨਾ ਕਰੋ। ਜਿੰਨਾ ਤੁਸੀਂ ਐਕਟਿਵ ਰਹੋਗੇ ਉਨਾ ਹੀ ਸਟ੍ਰੋਕ ਦਾ ਰਿਸਕ ਜਾਂ ਹਾਰਟ ਅਟੈਕ ਦਾ ਰਿਸਕ ਘੱਟ ਹੋ ਜਾਂਦਾ ਹੈ। ਮਾਈਂਡ ਬੜਾ ਕਈ ਵਾਰ ਬੰਦੇ ਦਾ ਫਸਿਆ ਜਾਂਦਾ ਕਿ ਗੰਭੀਰ ਰਹਿੰਦਾ ਜਾਂ ਜ਼ਿਆਦਾ ਸੋਚਦਾ ਆ, ਜ਼ਿਆਦਾ ਸਟ੍ਰੈਸ ਦਿੰਦਾ ਆ, ਤੇ ਉਹਨੂੰ ਵੀ ਮੈਨੂੰ ਲੱਗਦਾ ਚਾਂਸ ਵੱਧ ਹੁੰਦੇ ਹੋਣਗੇ। ਉਹਦੇ ਲਈ ਕੀ ਹੈਗਾ, ਕੀ ਉਹ ਕੀ ਸਟ੍ਰੈਸ ਕਰਕੇ ਜਿਹੜੀ ਆਪਣੀ ਬਾਕੀ ਬਿਮਾਰੀਆਂ ਹੈਗੀਆਂ ਉਹ ਵੱਧ ਜਾਂਦੀ। ਜਿਵੇਂ ਜਿਸ ਬੰਦੇ ਨੂੰ ਸਟ੍ਰੈਸ ਹੈਗਾ ਉਸ ਬੰਦੇ ਦਾ BP ਵੀ ਜ਼ਿਆਦਾ ਹੁੰਦਾ ਹੈ,
ਉਹ ਬੰਦਾ ਜਿਹੜਾ ਸਟ੍ਰੈਸ ਹੁੰਦਾ ਉਹ ਫਿਜ਼ੀਕਲ ਐਕਟੀਵਿਟੀ ਵੀ ਘੱਟ ਕਰਦਾ ਹੈ, ਸੋਚਦਾ ਜ਼ਿਆਦਾ ਹੈਗਾ, ਸਿਟਿੰਗ ਜ਼ਿਆਦਾ ਹੁੰਦੀ ਹੈ, ਤਾਂ ਆਫ ਕੋਰਸ ਇਹਨਾਂ ਲੋਕਾਂ ਨੂੰ ਜ਼ਿਆਦਾ ਚਾਂਸਸ ਹੁੰਦੇ ਨੇ। ਇਹ ਤਾਂ ਦੇਖੋ ਹੁਣ ਬੰਦੇ ਦੀ ਆਪਣੀ ਚੋਇਸ ਹੈ ਕਿ ਵੀ ਕਿਸੇ ਵੀ ਪ੍ਰੋਬਲਮ 'ਚ ਜੇ ਫਸਿਆ ਹੋਵੇ ਤਾਂ ਉਹਨੇ ਸਟ੍ਰੈਸ ਕਰਨਾ ਜਾਂ ਐਕਸ਼ਨ ਕਰਨਾ। ਬਸ ਸੋਚ ਕੇ ਬਤੇਰਾ ਫਾਇਦਾ ਨਹੀਂ ਹੁੰਦਾ। ਤੁਸੀਂ ਆਪਣੀ ਪ੍ਰੋਬਲਮ ਨੂੰ ਪ੍ਰੋਪਰ ਐਨਾਲਾਈਜ਼ ਕਰੋ ਤੇ ਉਹਦੇ ਤੇ ਐਕਸ਼ਨ ਕਰੋ। ਬੈਠ ਕੇ ਸੋਚ ਕੇ ਤਾਂ ਵੈਸੇ ਵੀ ਕੋਈ ਫਾਇਦਾ ਨਹੀਂ ਹੁੰਦਾ। ਬਹੁਤ ਬਹੁਤ ਧੰਨਵਾਦ ਆ। ਬੜਾ ਤੁਸੀਂ ਵਧੀਆ ਤਰੀਕੇ ਨਾਲ ਜਿਹੜੀ ਗੱਲਬਾਤ ਦੱਸੀ ਹੈ, ਖਾਸ ਕਰਕੇ ਅਫੀਮ ਨੂੰ ਲੈ ਕੇ, ਕਿਉਂਕਿ ਹਜੇ ਤੱਕ ਸਾਨੂੰ ਵੀ ਇਹੀ ਸੀਗਾ ਵੀ ਸ਼ਾਇਦ ਉਹ ਅਫੀਮ ਜਿਹੜਾ ਦੇਈ ਜਾਂਦੇ ਉਹਦੇ ਨਾਲ ਸਰੀਰ ਜਿਹੜਾ ਸਹੀ ਰਹਿੰਦਾ ਹੈ, ਪਰ ਤੁਸੀਂ ਜਾਣਕਾਰੀ ਸਾਂਝੀ ਕੀਤੀ ਹੈ, ਬਹੁਤ ਧੰਨਵਾਦ। ਧੰਨਵਾਦ ਜੀ, ਥੈਂਕ ਯੂ। ਸੋ ਡਾਕਟਰ ਅਨੁਰਾਗ ਲਾਂਬਾ ਜੀ ਸਾਡੇ ਨਾਲ ਸੀਗੇ, ਜਿਨ੍ਹਾਂ ਨੇ ਅੱਜ ਜਿਹੜਾ ਆ ਸਟ੍ਰੋਕ ਨੂੰ ਲੈ ਕੇ, ਖਾਸ ਕਰਕੇ ਅਧਰੰਗ ਦੀ ਬਿਮਾਰੀ ਨੂੰ ਲੈ ਕੇ ਚਰਚਾ ਕੀਤੀ ਹੈ ਕਿ ਜੇ ਅਧਰੰਗ ਹੋ ਜਾਵੇ, ਜਿਹੜਾ ਅਟੈਕ ਹੋਵੇ ਤਾਂ ਕਿਵੇਂ ਬਚਣਾ। ਪਹਿਲੀ ਗੱਲ ਤਾਂ ਇਹਦੇ ਲਈ ਪਹਿਲਾਂ ਹੀ ਤੁਸੀਂ ਆਪਣੇ ਆਪ ਨੂੰ ਬਚਾ ਲਓ, ਜਿਸ ਤਰੀਕੇ ਨਾਲ ਦੱਸਿਆ ਵੀ ਕੀ ਖਾਣਾ, ਕਿਵੇਂ ਆਪਣੇ ਆਪ ਨੂੰ ਜਿਹੜਾ ਤੰਦਰੁਸਤ ਰੱਖਣਾ। ਪਰ ਜੇ ਹੋ ਵੀ ਜਾਂਦਾ ਤੇ ਉਹਦੇ ਉਪਾਅ ਕੀ ਨੇ। ਘਰੇ ਕਈ ਵਾਰ ਅਸੀਂ ਹੱਥ ਪੈਰ ਮਲਣ ਲੱਗ ਜਾਂਦੇ ਆ ਜਾਂ ਅਫੀਮ ਦਿੰਦੇ ਹਾਂ ਜਾਂ ਕੁਝ ਆਪਣੇ ਦੇਸੀ ਨੁਸਖੇ ਕਰਦੇ ਆ, ਉਹਦੇ ਨਾਲੋਂ ਚੰਗਾ ਕਿ ਕਿਸੇ ਜਿਹੜਾ ਮਲਟੀਨੈਸ਼ਨਲ ਹਸਪੀਟਲ ਹੈ, ਜਿਹੜਾ ਕੋਈ ਚੰਗਾ ਹਸਪੀਟਲ ਜਿਹਦੇ ਹਰ ਫੈਸਿਲਿਟੀ ਆ, ਉੱਥੇ ਲੈ ਜਾਓ, ਤਾਂ ਕਿ ਜਿਹੜਾ ਤੁਹਾਡਾ ਕੋਈ ਵੀ ਜਿਹੜਾ ਪੇਸ਼ੈਂਟ ਆ ਉਹਨੂੰ ਕੁਇਕ ਬਚਾਇਆ ਜਾ ਸਕੇ। ਅੱਜ ਵਰਲਡ ਸਟ੍ਰੋਕ ਡੇ ਮਨਾ ਰਹੇ ਆ, ਉਸ ਸੰਬੰਧੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ। ਉਮੀਦ ਹੈ ਤੁਹਾਨੂੰ ਪਸੰਦ ਆਈ ਹੋਣੀ। ਹੁਣ ਮੈਨੂੰ ਜਸਪ੍ਰੀਤ ਸਿੰਘ ਅਸ਼ਕ ਨੂੰ ਦੇ ਇਜਾਜ਼ਤ। ਦੇਖਦੇ ਹੋ ਟੀਵੀ ਪੰਜਾਬ। ਧੰਨਵਾਦ।